ਅੱਜ ਤਮਾਮ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਥਾਂ ਥਾਂ ਤੇ ਮੁਜ਼ਾਹਰੇ ਹੋ ਰਹੇ ਹੈ, ਇਤਜਾਜ ਹੋ ਰਿਹਾ ਹੈ ਕਿ ਜਿਹੜੇ ਕ੍ਰਿਸ਼ੀ ਆਰਡੀਨੈਂਸਸ ਹੈ, ਹੁਣ ਤਾਂ ਸ਼ਾਇਦ ਉਹ ਬਿੱਲ ਦੀ ਸ਼ਕਲ ਇਖਤਿਆਰ ਕਰ ਗਏ ਹੋਣੇ ਆ, ਉਹਨਾਂ ਤੇ ਜੋ ਪੰਜਾਬ ਤੋਂ ਰੱਦੇ ਅਮਲ ਆਇਆ ਉਹ ਬੜਾ ਸ਼ਦੀਦ ਆਇਆ ਔਰ ਇਹਦੀ ਵਜ੍ਹਾ ਇਹ ਹੈ ਕਿ ਪੰਜਾਬ ਜਿਹੜਾ ਇਹ ਨੈਸ਼ਨਲ ਜਿਹੜਾ ਫੂਡ ਸਿਕਿਉਰਿਟੀ ਪੂਲ ਹੈ, ਇਹਦੇ 'ਚ 22% ਤਾਂ ਚਾਵਲ ਜਿਹੜਾ 1/4 ਚਾਵਲ ਉਹ ਪੰਜਾਬ ਤੋਂ ਜਾਂਦਾ ਹੈ ਅਤੇ 34% ਜਿਹੜੀ ਕਣਕ ਹੈ ਉਹ ਵੀ ਪੰਜਾਬ 'ਚ ਜਾਂਦੀ ਹੈ। 1961-62 ਤੋਂ ਪੰਜਾਬ ਦੇ ਵਿੱਚ ਇੱਕ APMC ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਕਮੇਟੀਜ਼ ਬਣੀਆਂ ਹੋਈਆਂ। ਇਹ ਪਿਛਲੇ 60 ਸਾਲ ਤੋਂ ਤਕਰੀਬਨ ਇੱਕ ਜਿਹੜਾ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਦੇ ਹੈਵ ਸਟੂਡ ਦ ਟੈਸਟ ਆਫ ਟਾਈਮ ਔਰ ਹਿੰਦੁਸਤਾਨ ਦੀ ਜਿਹੜੀ ਜਿਹਨੂੰ ਆਪਾਂ ਫੂਡ ਸਿਕਿਉਰਿਟੀ ਕਹਿੰਦੇ ਆ ਉਹਦੇ ਵਿੱਚ ਇਹ ਪੰਜਾਬ ਤੇ ਹਰਿਆਣਾ, ਕਿਉਂਕਿ ਪਹਿਲਾਂ ਤਾਂ ਇੱਕੋ ਹੀ ਖਿੱਤਾ ਹੁੰਦਾ ਸੀ, ਹੁਣ ਇਹਦੇ ਦੋ ਨਾਂ ਹੋ ਗਏ ਆ, ਇਹਨਾਂ ਨੇ ਹਿੰਦੁਸਤਾਨ ਨੂੰ ਇੱਕ ਕਿਸਮ ਦਾ ਆਤਮ ਨਿਰਭਰ ਕੀਤਾ ਸੀਗਾ। ਅੱਜ ਤਕਰੀਬਨ 60 ਸਾਲ ਤੋਂ ਬਾਅਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਉਸ ਨਾਲ ਛੇੜਛਾੜ ਹੋਣ ਦੀ ਜਿਹੜੀ ਕੋਸ਼ਿਸ਼ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹੈ ਕਿਉਂਕਿ ਕਈਆਂ ਨੇ ਇਹ ਆਰਡੀਨੈਂਸਸ ਪੜ੍ਹੇ ਨਹੀਂ, ਇਹਨਾਂ ਦੇ ਕੀ ਅਸਰਾਤ ਹੋਣਗੇ ਉਹ ਨਹੀਂ ਪਤਾ। ਸੋ ਪੰਜਾਬ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਸਭ ਤੋਂ ਵੱਡਾ ਇਤਰਾਜ਼ ਹੈ ਕਿ ਇਹਦੇ ਵਿੱਚ ਜਿਹੜੀ ਖੇਤੀਬਾੜੀ ਜਾਂ ਜਿਹੜੀਆਂ ਜਿਨਸਾਂ ਹੁੰਦੀਆਂ ਜਿਵੇਂ ਕਣਕ ਤੇ ਝੋਨਾ ਹੈ, ਅੱਜ ਤੱਕ ਤਾਂ ਇਹ ਜਿਹੜੇ ਪੰਜਾਬ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਜਾਂ ਤੈਅਸ਼ੁਦਾ ਜਿਹੜੇ ਮਾਰਕੀਟਿੰਗ ਯਾਰਡ ਹੈ ਉੱਥੇ ਹੀ ਵਿਕ ਸਕਦੇ ਸੀ। ਇਹ ਜਿਹੜਾ ਨਵਾਂ ਐਕਟ ਹੈ ਇਹ ਕਹਿੰਦਾ ਹੈ ਵੀ ਇਹ ਜ਼ਰੂਰੀ ਨਹੀਂ ਹੈ ਕਿ ਕਿਸਾਨ ਜਿਹੜਾ ਹੈ ਆਪਣੀ ਜਿਹੜੀ ਹੈ ਫਸਲ ਜਿਹੜੀ ਹੈ ਉਹ ਸਰਕਾਰ ਦਾ ਜਿਹੜਾ ਰੈਗੂਲੇਟਡ ਜਾਂ ਜਿਹੜਾ ਮੰਡੀ ਯਾਰਡ ਹੈ ਉੱਥੇ ਲਿਆਂਦੀ ਜਾਵੇ। ਦੂਸਰਾ ਇਹਦੇ 'ਚ ਹੈ ਕਿ ਜਿਹੜੇ ਵੀ ਆਪਣੇ ਜਿਹੜੀ ਜਿਣਸ ਆਉਂਦੀ ਹੈ ਉਹਦੇ 'ਤੇ ਮੰਡੀ ਫੀਸ ਵਗੈਰਾ ਲੱਗਦੀ ਹੈ ਅਤੇ ਇਹ ਜਿਹੜਾ ਨਵਾਂ ਐਕਟ ਹੈ ਇਹ ਕਹਿ ਰਿਹਾ ਕਿ ਮੰਡੀ ਫੀਸ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਤੀਸਰਾ ਇਹਦੇ 'ਚ ਇਹ ਵੀ ਹੈ ਕਿ ਜੋ ਵੀ ਪੰਜਾਬ ਦੇ ਵਿੱਚ ਫਸਲ ਖਰੀਦਦਾ ਜਾਂ ਖਰੀਦਦਾ ਉਹਨੂੰ ਇੱਕ ਲਾਇਸੈਂਸ ਲੈਣ ਦੀ ਜ਼ਰੂਰਤ ਹੁੰਦੀ ਸੀ। ਇਹ ਨਵਾਂ ਜਿਹੜਾ ਐਕਟ ਹੈ ਉਹ ਕਹਿ ਰਿਹਾ ਕਿ ਇਹਨੂੰ ਕੋਈ ਵੀ ਬੰਦਾ ਆਪਣੇ ਪੈਨ ਕਾਰਡ ਨਾਲ, ਜਿਹਦੇ ਕੋਲ ਪੈਨ ਕਾਰਡ ਹੈ, ਆਪਣੇ ਪੈਨ ਕਾਰਡ ਨਾਲ ਉਹ ਵਪਾਰ ਕਰ ਸਕਦਾ, ਉਹਨੂੰ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ। ਅਤੇ ਜੇ ਕੋਈ ਕਿਸਾਨ ਦਾ ਜਾਂ ਵਪਾਰੀ ਦਾ ਜਾਂ ਜਿਹੜਾ ਵੀ ਕੋਈ ਖਰੀਦ ਰਿਹਾ ਉਹਦਾ ਕੋਈ ਝਗੜਾ ਹੁੰਦਾ ਜਾਂ ਉਹਦਾ ਕੋਈ ਵਾਦ ਵਿਵਾਦ ਹੁੰਦਾ ਜਾਂ ਉਹਦੇ 'ਚ ਕੋਈ ਕਿਸੇ ਕੰਟਰੈਕਟ ਦੇ ਵਿੱਚ ਕੋਈ ਮਤਲਬ ਇਖਤਲਾਫਾਤ ਹੁੰਦੇ ਆ ਤਾਂ ਫਿਰ ਉਹਦਾ ਨਿਪਟਾਰਾ ਜਿਹੜਾ SDM ਕਰੇ, ਸਬ ਡਿਵੀਜ਼ਨਲ ਮੈਜਿਸਟ੍ਰੇਟ ਕਰੇਗਾ। ਸੋ ਪੰਜਾਬ ਨੂੰ ਜਿਹੜਾ ਸਭ ਤੋਂ ਵੱਡਾ ਤਾਂ ਇਹੀ ਹੈ ਕਿ ਸਾਨੂੰ ਇਹ ਸ਼ੱਕ ਪੈ ਰਿਹਾ ਕਿ ਇਹ ਜਿਹੜਾ MSP ਜਿਹੜਾ ਔਰ ਪੰਜਾਬ ਦੇ ਵਿੱਚੋਂ ਅਨਲਿਮਿਟਿਡ ਪ੍ਰੋਡਿਊਸ ਦੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਇਹਨੂੰ ਖਤਮ ਕਰਨ ਦਾ ਇਹ ਪਹਿਲਾ ਸਟੈਪ ਹੈ। ਸਾਨੂੰ ਇਹ ਵੀ ਡਰ ਹੈ ਕਿ ਪੰਜਾਬ 'ਚ ਜਿਹੜੀ ਮੰਡੀ ਫੀਸ, ਮਾਰਕੀਟ ਫੀਸ ਵਗੈਰਾ ਲੱਗਦੀ ਹੈ ਇਹ ਤਕਰੀਬਨ 4000 ਕਰੋੜ ਰੁਪਇਆ ਹਰ ਸਾਲ ਇਸ ਸਰਕਾਰ ਦੇ ਖਜ਼ਾਨੇ 'ਚ ਆਉਂਦਾ ਹੈ। ਜੇ ਇਹ ਸਰਕਾਰ ਦੇ ਖਜ਼ਾਨੇ 'ਚ ਨਾ ਆਇਆ ਇਹਦਾ ਮਤਲਬ ਜਿਹੜੀਆਂ ਰੂਰਲ ਰੋਡਸ ਹੈ, ਜਿਹੜੀਆਂ ਦਿਹਾਤੀ ਸੜਕਾਂ ਹੈ ਜਾਂ ਮੰਡੀਆਂ ਹੈ, ਇਹ ਤਕਰੀਬਨ 65,000 ਕਿਲੋਮੀਟਰ ਸੜਕ ਹੈ, ਇਹਦੀ ਜਿਹੜੀ ਮੇਨਟੇਨੈਂਸ ਹੈ ਇਹ ਸਾਰੀ ਖਤਮ ਹੋ ਜਾਏਗੀ। ਕੋਈ ਵੀ ਪ੍ਰਾਈਵੇਟ ਵਪਾਰੀ ਜਿਹੜਾ ਬਿਨਾਂ ਫੀਸ ਦਿੱਤੇ, ਬਿਨਾਂ ਸਾਡੇ ਰੂਰਲ ਇਨਫਰਾਸਟ੍ਰਕਚਰ ਜਾਂ ਮੰਡੀਆਂ 'ਚ ਇਨਵੈਸਟ ਕਰੇ ਅਤੇ ਉਹ ਇੱਥੋਂ ਜਾ ਸਕਦਾ। ਸਭ ਮੇਰੇ ਤਾਂ ਬੜੇ ਸਾਦੇ ਜਿਹੇ ਸਵਾਲ ਹੈ ਜਿਹੜੇ ਲੋਕ ਇਹਦੀ ਹਿਮਾਇਤ ਕਰ ਰਹੇ ਹੈ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਐਗਰੀਕਲਚਰਲ ਪ੍ਰੋਸੈਸਿੰਗ, ਐਗਰੀਕਲਚਰਲ ਮਾਰਕੀਟਿੰਗ, ਇਹ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਇਹਦੇ ਵਿੱਚ ਇਹ ਸਟੇਟ ਸਬਜੈਕਟ ਹੈ, ਇਹ ਗਵਰਨਮੈਂਟ ਆਫ ਇੰਡੀਆ ਦਾ ਸਬਜੈਕਟ ਨਹੀਂ ਹੈ। ਜਿਵੇਂ ਪੁਲਿਸ ਜਿਹੜਾ ਹੈ ਉਹ ਸਟੇਟ ਸਬਜੈਕਟ ਹੈ, ਸਕੂਲ ਐਜੂਕੇਸ਼ਨ ਹੈ ਸਟੇਟ ਸਬਜੈਕਟ, ਉਸੇ ਤਰ੍ਹਾਂ ਐਗਰੀਕਲਚਰ, ਮਾਰਕੀਟਿੰਗ, ਐਗਰੀਕਲਚਰ ਇਹ ਸਟੇਟ ਸਬਜੈਕਟ ਹੈ। ਇਹਦੇ ਸੈਂਟਰ ਨੂੰ ਦਖਲ ਦੇਣ ਦੀ ਜ਼ਰੂਰਤ ਕੀ ਪਈ। ਦੂਸਰਾ ਸੈਂਟਰ ਤੋਂ ਇਹ ਵੀ ਅਸੀਂ ਪੁੱਛਦੇ ਹਾਂ ਔਰ ਖਾਸ ਕਰਕੇ ਪੰਜਾਬ ਦੇ ਕਿਸਾਨ ਪੁੱਛਦੇ ਹਾਂ ਅਸੀਂ ਕਿ ਇਹ ਬਿਆਨ ਦੇਣ ਤੋਂ ਕਿਉਂ ਕੁਤਰਾ ਰਹੇ ਹੈ
ਕਿ MSP ਪੰਜਾਬ ਤੇ ਹਰਿਆਣੇ 'ਚ ਅਨਇੰਟਰਪਟਡ ਅਨਲਿਮਿਟਿਡ ਜਿਹੜੀ ਹੈ ਜਿਵੇਂ ਪਹਿਲਾਂ ਉਵੇਂ ਚਾਲੂ ਰਹੇਗੀ। ਇਹ ਬਿਆਨ ਜਿਹੜਾ ਹੈ ਇਹ ਗਵਰਨਮੈਂਟ ਆਫ ਇੰਡੀਆ ਦੇਣ ਤੋਂ ਮੁਨਕਰ ਹੈ। ਇਸ ਕਰਕੇ ਸਾਨੂੰ ਇਹ ਡਰ ਲੱਗ ਰਿਹਾ ਕਿ ਇਹ MSP ਤੋਂ ਮੁੱਕਰ ਜਾਣਗੇ। ਮੈਂ ਪ੍ਰੈਸ ਨੂੰ ਯਾਦ ਕਰਾਉਂਦਾ ਜਾਵਾਂ ਕਿਉਂਕਿ ਮੈਂ ਫਾਈਨੈਂਸ ਮਿਨਿਸਟਰ ਹਾਂ। ਸਾਨੂੰ ਜਦੋਂ GST ਲਾਗੂ ਕੀਤਾ ਸੀ, ਸਾਨੂੰ ਇੱਕ ਤਾਂ ਹੁੰਦਾ ਕਿ ਗਵਰਨਮੈਂਟ ਨੇ ਪਾਰਲੀਮੈਂਟ 'ਚ ਇੰਸ਼ੋਰੈਂਸ ਦਿੱਤੀ ਹੈ। ਪਾਰਲੀਮੈਂਟ ਤੋਂ ਇਲਾਵਾ ਜਿਹੜਾ ਕਨਸਟੀਟਿਊਸ਼ਨ ਅਮੈਂਡਮੈਂਟ ਹੋਈ ਤੇ ਕਨਸਟੀਟਿਊਸ਼ਨ ਦੇ ਵਿੱਚ ਇਹ ਦਰਜ ਕੀਤਾ ਗਿਆ ਕਿ ਜੇ ਕਿਸੇ ਸਟੇਟ ਨੂੰ ਘਾਟਾ ਪਏਗਾ GST ਦੇ ਆਉਣ ਨਾਲ ਤਾਂ ਅਸੀਂ ਇਹਨੂੰ ਕੰਪਨਸੇਸ਼ਨ ਦੇਵਾਂਗੇ। ਅੱਜ ਮੈਂ ਜ਼ਿੰਦਾ ਤੁਹਾਡੇ ਸਾਹਮਣੇ ਖੜਾ ਹਾਂ। ਅੱਜ ਗਵਰਨਮੈਂਟ ਆਫ ਇੰਡੀਆ ਉਸ ਕੰਪਨਸੇਸ਼ਨ ਤੋਂ ਮੁੱਕਰ ਰਹੀ ਹੈ ਜਿਹੜੀ ਕਿ ਇੱਕ ਕਨਸਟੀਟਿਊਸ਼ਨ ਦਾ ਹਿੱਸਾ ਹੈ। ਸੋ ਅੱਜ ਮੈਨੂੰ ਪਾਰਲੀਮੈਂਟ ਦੇ ਵਿੱਚ ਜੇ ਕੋਈ ਐਗਰੀਕਲਚਰ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਕੁਝ ਗੱਲ ਕਹਿੰਦਾ ਤਾਂ ਮੈਨੂੰ ਉਸ ਗੱਲ ਤੇ ਇਹ ਯਕੀਨ ਨਹੀਂ, ਕਿਉਂਕਿ GST ਦੇ ਵਿੱਚ ਜੇ ਕਨਸਟੀਟਿਊਸ਼ਨ ਤੋਂ ਮੁੱਕਰ ਸਕਦੇ ਆ ਤਾਂ ਪਾਰਲੀਮੈਂਟ ਦੇ ਵਿੱਚ ਬਹਿ ਕੇ ਕੋਈ ਵੀ ਬਿਆਨ ਦਿੱਤਾ ਉਸ ਤੋਂ ਵੀ ਮੁੱਕਰ ਸਕਦੇ ਆ। ਸਭ ਮੈਂ ਇਹ ਵੀ ਅੱਜ ਤੁਹਾਨੂੰ ਕਹਿੰਦਾ ਜਾਵਾਂ ਕਿ ਅੱਜ ਹਰਸਿਮਰਤ ਕੌਰ ਨੇ ਆਪਣੇ ਕੈਬਨਿਟ ਬਰਥ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਔਰ ਮੈਂ ਸਮਝਦਾ ਕਿ ਇਹ ਤਾਂ ਉਹੀ ਮੁਹਾਵਰਾ ਹੋ ਗਿਆ ਕਿ ऊपर से लड़ाई और अंदर से भाई भाई। ਇਹ ਨੂਰਾ ਕੁਸ਼ਤੀ ਦਾ ਖੇਡ ਖੇਡਿਆ ਜਾ ਰਿਹਾ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਕੌਰ ਜਦੋਂ ਕੈਬਨਿਟ ਦੇ ਵਿੱਚ ਆਰਡੀਨੈਂਸ ਆਇਆ ਸੀ ਤੇ ਆਰਡੀਨੈਂਸ ਦੇ ਵਿੱਚ ਹਰਸਿਮਰਤ ਕੌਰ ਉਸ ਵੇਲੇ ਕੈਬਨਿਟ 'ਚ ਕੀ ਉਹਨਾਂ ਨੇ ਪੜ੍ਹਿਆ ਨਹੀਂ? ਮੈਂ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ। ਜਿਹੜੀ ਪਾਰਟੀ ਨੇ ਪਿਛਲੇ ਪੰਜਾਬ 'ਚ ਪਿਛਲੇ 20 ਸਾਲਾਂ 'ਚ 15 ਸਾਲ ਹੁਕੂਮਤ ਕੀਤੀ ਹੋਵੇ, ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਇਹ ਨਹੀਂ ਹੋਣਾ ਕਿ ਆਰਡੀਨੈਂਸ ਹੋਇਆ ਕੀ ਹੈ। ਦੂਸਰਾ ਕੀ ਹੁੰਦਾ ਹੈ ਕਿ ਜਦੋਂ ਆਰਡੀਨੈਂਸ ਨੂੰ ਬਿੱਲ ਦੀ ਸ਼ਕਲ 'ਚ ਲਿਆਉਣਾ ਹੁੰਦਾ ਕੈਬਨਿਟ ਦੇ ਵਿੱਚ, ਫਿਰ ਇਹ ਇਜਾਜ਼ਤ ਲੈਣੀ ਪੈਂਦੀ ਕਿ ਆਰਡੀਨੈਂਸ ਜਿਹੜਾ ਇਹਨੂੰ 4 ਮਹੀਨੇ 6 ਮਹੀਨੇ ਹੋ ਗਏ ਤੇ ਇਹ ਅਸੀਂ ਹੁਣ ਕੈਬਨਿਟ ਪਾਰਲੀਮੈਂਟ 'ਚ ਲੈ ਕੇ ਜਾਵਾਂਗੇ। ਉਸ ਵੇਲੇ ਵੀ ਹਰਸਿਮਰਤ ਕੌਰ ਨੂੰ ਇਹ ਯਾਦ ਨਹੀਂ ਆਇਆ ਕਿ ਅਸੀਂ ਮੈਂ ਉਸ ਵੇਲੇ ਇਹਦਾ ਵਿਰੋਧ ਕਰਾਂ। ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਰੋਸ ਹੈ ਜਾਂ ਲੋਕਾਂ ਦਾ ਜਿਹੜਾ ਰੋਹ ਹੈ ਇੱਕ ਹੱਦ ਤੋਂ ਵੱਧ ਟੱਪ ਗਿਆ, ਸਾਡੀ ਜਿਹੜੀ ਹੁਣ ਜਿਹਨੂੰ ਸਿਆਸੀ ਪੋਲੀਟੀਕਲ ਸਰਵਾਈਵਲ ਜਿਹੜਾ ਉਹ ਸਟੇਕ ਤੇ ਆ ਗਿਆ, ਤਾਂ ਉਹਨਾਂ ਨੇ ਕੱਲ ਰਾਤ ਜਿਹੜਾ ਇਹ ਅਸਤੀਫਾ ਦਿੱਤਾ। ਉਹ ਕਹਿੰਦੇ ਵੀ ਝੂਠ ਜਮਾ ਝੂਠ ਇਜ਼ ਇਕੁਅਲ ਟੂ ਝੂਠ, ਸਿਫਰ ਜਮਾ ਸਿਫਰ ਇਜ਼ ਇਕੁਅਲ ਟੂ ਸਿਫਰ। ਇਹ ਸਮ ਟੋਟਲ ਹੈ ਅਕਾਲੀ ਦਲ ਦੀ ਗੇਮ ਦਾ। ਅਕਾਲੀ ਦਲ ਇੱਕ ਹੋਰ ਵੀ ਇਤਰਾਜ਼ ਲਾ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਹਾਈ ਪਾਵਰਡ ਕਮੇਟੀ ਦੀ ਮੈਂਬਰ ਸੀਗੀ ਔਰ ਉਸ ਹਾਈ ਪਾਵਰਡ ਕਮੇਟੀ ਦੇ ਵਿੱਚ ਇੱਕ ਮੀਟਿੰਗ ਫਾਈਨੈਂਸ ਮਿਨਿਸਟਰ ਨੇ ਵੀ ਅਟੈਂਡ ਕੀਤੀ ਹੈ। ਸ਼ਾਇਦ ਉਹਦੇ ਵਿੱਚ ਇਹ ਦਸਤਖਤ ਕਰਿਆ ਹੈ, ਪੰਜਾਬ ਸਰਕਾਰ ਦਸਤਖਤ ਕਰਿਆ ਹੀ ਕਿ ਹਾਂ ਸਾਨੂੰ ਇਹ ਆਰਡੀਨੈਂਸਸ ਮਨਜ਼ੂਰ ਹੈ। ਸਭ ਮੈਂ ਕਿਉਂਕਿ ਇਹ ਤਾਂ ਹੋ ਸਕਦਾ ਹੈ ਕਿ ਕੋਈ ਕਿਸੇ ਅਵਾਮੀ ਜਲਸੇ 'ਚ ਗੱਲ ਕਹਿ ਦੇਣੀ, ਸਿਆਸੀ ਸ਼ੋਖਾਬਾਜ਼ੀ 'ਚ ਇਹ ਤਾਂ ਗੱਲ ਮੰਨਣ ਨੂੰ ਤਿਆਰ ਹੈ ਕਿ ਕਿਸੇ ਨੇ ਕੋਈ ਕੁਝ ਵੀ ਕਹਿਤਾ ਤੇ ਲੋਕਾਂ ਨੇ ਮੰਨ ਲਿਆ। ਪਰ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਯਾਦ ਕਰਾਉਂਦਾ ਜਾਵਾਂ ਕਿ ਜਿਹੜੀਆਂ ਇਸ ਕਿਸਮ ਦੀਆਂ ਜਿੱਥੇ ਚੀਫ ਮਿਨਿਸਟਰ ਸੂਬਿਆਂ ਦੇ ਬਹਿੰਦੇ ਆ, ਪ੍ਰਾਈਮ ਮਿਨਿਸਟਰ ਬਹਿੰਦੇ ਆ ਜਾਂ ਯੂਨੀਅਨ ਮਿਨਿਸਟਰਸ ਬਹਿੰਦੇ ਆ, ਉਹ ਜਿਹੜੀਆਂ ਮੀਟਿੰਗ ਹੁੰਦੀਆਂ ਉਹਨਾਂ ਦੇ ਮਿੰਟਸ ਤਿਆਰ ਕੀਤੇ ਜਾਂਦੇ ਆ। ਹਰ ਬੰਦਾ ਜੋ ਲਫ਼ਜ਼ ਬੋਲਦਾ ਹੈ ਉਹ ਹੂ ਬਹੂ ਉਵੇਂ ਲਿਖ ਲਿਆ ਜਾਂਦਾ ਔਰ ਉਹ ਜਿਹੜਾ ਉੱਥੇ ਜਿਹੜੀ ਮੀਟਿੰਗ 'ਚ ਮੈਂ ਗਿਆ ਸੀ ਉਹਦੇ ਮਿੰਟਸ ਜਿਹੜੇ ਆ ਮੈਂ ਨਾਲ ਲੈ ਕੇ ਆਇਆ ਔਰ ਇਹ ਮਿੰਟਸ ਜਿਹੜੇ ਆ ਮੈਂ ਪੜ੍ਹ ਕੇ ਤਾਂ ਨਹੀਂ ਸੁਣਾਵਾਂਗਾ ਕਿਉਂਕਿ ਅੰਗਰੇਜ਼ੀ 'ਚ ਲਿਖੇ ਹੋਏ ਆ, ਪਰ ਮੈਂ ਪ੍ਰੈਸ ਨੂੰ ਦੇ ਦਾਂਗਾ, ਉਹਦੇ 'ਚ ਤੁਸੀਂ ਪੜ੍ਹ ਲਿਆ ਜੇ। ਸਭ ਤੋਂ ਪਹਿਲਾਂ ਮੇਰਾ ਬਿਆਨ ਹੈ ਕਿ MSP ਖਤਮ ਨਹੀਂ ਹੋਣੀ ਚਾਹੀਦੀ। ਦੂਸਰਾ ਹੈ ਕਿ ਜੇ ਤੁਸੀਂ ਕੋਈ ਬਦਲ ਚਾਹੁੰਦੇ ਹੋ ਫਸਲ 'ਚ ਤਾਂ ਜਿਹੜਾ ਮੱਕੀ ਹੈ, ਮੱਕੀ ਨੂੰ ਐਥਨੋਲ ਜਿਹੜਾ ਕਿ ਪੈਟਰੋਲ ਦਾ ਇੱਕ ਹਿੱਸਾ ਬਣ ਜਾਂਦਾ ਉਹਦੇ 'ਚ ਪਾਇਆ ਜਾਵੇ। ਤੀਜਾ ਹੈਗਾ ਕਿ ਐਗਰੀਕਲਚਰਲ ਰਿਸਰਚ ਜਿਹੜੀ ਹੈ, ਜਦੋਂ ਤੱਕ ਰਿਸਰਚ ਨਹੀਂ ਹੋਏਗੀ ਨਵੇਂ ਬੀਜ ਨਹੀਂ ਆਉਣਗੇ, ਗਵਰਨਮੈਂਟ ਆਫ ਇੰਡੀਆ ਇਹਦੇ ਵਾਸਤੇ ਸਟੇਟਾਂ ਨੂੰ ਪੈਸੇ ਦੇਵੇ। ਚੌਥਾ ਮੈਂ ਗੱਲ ਕਹੀ ਸੀ ਕਿ ਜਿਹੜਾ ਇਨਸੈਕਟੀਸਾਈਡ ਐਕਟ ਹੈ, ਜਿਹੜਾ ਜਾਲੀ ਸਪਰੇਆਂ ਵਗੈਰਾ ਹੁੰਦੀਆਂ 1968 ਦਾ ਬਣਿਆ ਹੋਇਆ, ਇਹਦੇ 'ਚ ਸਟੇਟ ਗਵਰਨਮੈਂਟ ਦੀਆਂ ਪਾਵਰਾਂ ਘੱਟ ਹੈ, ਇਹਦੇ ਵਿੱਚ ਕੋਈ ਤਰਮੀਮ ਲਿਆਂਦੀ ਜਾਵੇ। ਚੌਥੀ ਮੈਂ ਗੱਲ ਕਹੀ ਸੀ ਕਿ ਜਿਹੜੀ ਫਸਲ ਬੀਮਾ ਯੋਜਨਾ ਹੈ ਇਹ ਪੰਜਾਬ ਨੂੰ ਸੂਟ ਨਹੀਂ ਕਰਦੀ,
ਇਹਦਾ ਜਿਹੜੇ ਪੈਰਾਮੀਟਰਸ ਬਦਲੇ ਜਾਣ। ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਜਿਹੜੇ ਭਾਰਤ ਸਰਕਾਰ ਬਾਹਰਲੇ ਮੁਲਕਾਂ ਨਾਲ ਇੰਟਰਨੈਸ਼ਨਲ ਐਗਰੀਮੈਂਟ ਕਰਦੀ ਹੈ, ਭਾਵੇਂ ਉਹ ਦੁੱਧ ਤੇ ਕਰਦੀ ਹੈ, ਭਾਵੇਂ ਐਗਰੀਕਲਚਰ ਤੇ ਕਰਦੀ ਹੈ, ਸਟੇਟਾਂ ਨੂੰ ਜ਼ਰੂਰ ਇਤਮਾਦ 'ਚ ਲਿਆ ਜਾਵੇ। ਔਰ ਮੈਂ ਇਹ ਵੀ ਗੱਲ ਕਹੀ ਸੀ ਕਿ ਜਿੰਨੀ ਰਿਸਰਚ ਹੋ ਰਹੀ ਹੈ ਕਣਕ ਤੇ ਝੋਨੇ ਤੇ ਤਾਂ ਹੋ ਰਹੀ ਹੈ, ਪਰ ਜਿਹੜੀਆਂ ਦੂਸਰੀਆਂ ਫਸਲਾਂ ਹੈ, ਚਾਹੇ ਉਹ ਚਨਾ ਹੈ, ਉਹ ਮੂੰਗੀ ਹੈ, ਸਰਸੋਂ ਹੈ, ਉਹਦੇ ਤੇ ਰਿਸਰਚ ਜਿਹੜੀ ਹੈ ਹੋਰ ਹੋਣ ਦੀ ਲੋੜ ਹੈ। ਮੈਂ ਆਪਣੇ ਜਿਹੜੇ ਮਿੰਟਸ ਹੈ ਪਹਿਲਾਂ ਤਾਂ ਇਹ ਤੁਹਾਨੂੰ ਦੇ ਕੇ ਜਾਊਂਗਾ। ਦੂਸਰਾ, ਜਿਹੜੀਆਂ ਪੰਜਾਬ ਨੇ, ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਲਿਖਤੀ ਜਵਾਬ ਦੇਵਾਂਗੇ। ਹਾਲਾਂਕਿ ਇਹ ਗੱਲ ਆਰਡੀਨੈਂਸਿਸ ਲਿਆਉਣ ਦੀ ਗੱਲ ਸਿਰਫ 3 ਮੀਟਿੰਗਾਂ ਹੋਈਆਂ, ਇੱਕ 'ਚ ਤਾਂ ਪੰਜਾਬ ਮੈਂਬਰ ਹੀ ਨਹੀਂ ਸੀਗਾ, ਇੱਕ ਦੇ ਵਿੱਚ ਮੈਂ ਗਿਆ ਸੀ, ਔਰ ਤੀਸਰੀ ਅਫਸਰਾਂ ਦੇ ਲੈਵਲ ਤੇ ਹੋਈ। ਜਿਹੜੀ ਪੰਜਾਬ ਸਰਕਾਰ ਨੇ ਚਿੱਠੀ ਭੇਜੀ, ਮੈਂ ਚਿੱਠੀ ਦੀ ਕਾਪੀ ਵੀ ਤੁਹਾਨੂੰ ਦੇ ਜਾਣਾ, ਔਰ ਜਿਹੜੇ ਮੇਰੇ ਮਿੰਟਸ ਹੈ ਉਹਦੀ ਵੀ ਦੇ ਜਾਊਂਗਾ। ਔਰ ਮੈਨੂੰ ਲੱਗਦਾ ਹੈ ਵੀ ਭਾਵੇਂ ਕੋਈ ਵੀ ਸਿਆਸੀ ਬੰਦਾ ਹੈ ਇਹ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਜਿਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਲਾਸ ਹੁੰਦਾ ਹੋਵੇ, ਔਰ ਖਾਸ ਕਰਕੇ ਕਿਸਾਨ ਜਿੱਥੇ 4000 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਹੁੰਦਾ ਹੋਵੇ, ਪੰਜਾਬ ਸਰਕਾਰ ਉਸ ਗੱਲ ਤੇ ਰਜ਼ਾਮੰਦ ਜਾਂ ਦਸਤਖਤ ਕਰਕੇ ਆਇਓ। ਦਸਤਖਤ ਤਾਂ ਖੈਰ ਹੁੰਦੇ ਹੀ ਨਹੀਂ, ਕੰਸਲਟੇਸ਼ਨ ਹੁੰਦੀਆਂ, ਮਿੰਟਸ ਬਣੇ ਹੁੰਦੇ ਆ। ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਵੀ ਮੰਨ ਲਈਏ ਕਿ ਅਸੀਂ ਆਰਡੀਨੈਂਸਾਂ 'ਚ ਬੈਠੇ ਰਹੇ, ਅਕਾਲੀ ਦਲ ਬੈਠਾ ਰਿਹਾ, ਕਿਉਂਕਿ ਸਾਡੀ ਮੋਦੀ ਜੀ ਨੇ ਜਾਂ ਬੀਜੇਪੀ ਨੇ ਸੁਣੀ ਨਹੀਂ। ਤੇ ਜੇ ਥੋੜੀ ਨਹੀਂ ਸੁਣੀ ਤਾਂ ਕਾਂਗਰਸ ਜਿਹੜੀ ਹੈ ਮੁਖਾਲਫ ਜਮਾਤ ਹੈ, ਉਹ ਕੀ ਕਹਿੰਦੇ ਕਿ ਕਾਂਗਰਸ ਦੇ ਕਹਿਣ ਤੇ ਇਹ ਬਣਾਉਣਗੇ। ਸੋ ਇਹ ਮਜ਼ਕਾ ਖੇਕ ਉਹਨਾਂ ਦਾ ਬਿਆਨ ਹੈ। ਔਰ ਮੈਨੂੰ ਲੱਗਦਾ ਹੈ ਕਿ ਹਰ ਵੇਲੇ ਅਕਾਲੀ ਦਲ ਦੀ ਜਿਹੜੀ ਕੋਸ਼ਿਸ਼ ਰਹੀ ਹੈ, ਉਹ ਅੰਗਰੇਜ਼ੀ ਦਾ ਮੁਹਾਵਰਾ ਹੈ ਕਿ ਤੁਸੀਂ ਹਰ ਵੇਲੇ ਖਰਗੋਸ਼ਾਂ ਨਾਲ ਨਹੀਂ ਭੱਜ ਸਕਦੇ, ਤੇ ਹਰ ਵੇਲੇ ਜਿਹੜੇ ਖਰਗੋਸ਼ਾਂ ਦਾ ਸ਼ਿਕਾਰ ਕਰਦੇ ਆ ਉਹਨਾਂ ਨਾਲ ਜਾਂ ਖਰਗੋਸ਼ਾਂ ਕਰਨੀ ਹੋ ਜਾਓ ਜਾਂ ਸ਼ਿਕਾਰੀਆਂ ਕਰਨੀ ਹੋ, ਦੋਨਾਂ ਕਰਨੀ ਰਹਿਣਾ ਮੁਸ਼ਕਿਲ ਹੈ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਜਿਹੜਾ ਨੂਰਾ ਕੁश्ती ਦਾ खेल है कि ये कैसे हो सकता है कि अकाली दल का एक हाथ तो मोदी जी के घुटनों पे है और दूसरा मोदी जी के गिरेबान पे। मैं थोड़े पैरों ਨੂੰ भी हथ लाई जाना ਤੇ ਤੁਹਾਡੇ ਮੈਂ ਕਮੀਜ਼ ਦੇ ਜਿਹੜਾ ਉਹਨੂੰ ਵੀ ਫੜਿਆ ਹੋਇਆ। ਇਹ ਨਹੀਂ ਹੋ ਸਕਦਾ, ਜਾਂ ਮੋਦੀ ਜੀ ਦੇ ਪੈਰਾਂ ਨੂੰ ਹੱਥ ਲਾ ਲਓ ਤੇ ਜਾਂ ਫਿਰ ਤੁਸੀਂ ਮੋਦੀ ਜੀ ਦੇ ਕੁੜਤੇ ਨੂੰ ਹੱਥ ਪਾ ਲਓ। ਇਹਨਾਂ ਚੋਂ ਇੱਕ ਹੋਊਗਾ ਸੁਖਬੀਰ ਬਾਦਲ। ਥੈਂਕ ਯੂ। ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ 3 ਡਰੱਗ ਪਾਰਕ ਸਥਾਪਨ ਕਰਨ ਦੀ ਯੋਜਨਾ ਬਣਾਈ ਗਈ ਹੈ। ਪੰਜਾਬ ਕੈਬਨਿਟ ਵੱਲੋਂ ਵੀ ਸਬ ਕਮੇਟੀ ਬਣਾਈ ਹੈ, ਤੁਸੀਂ ਵੀ ਉਸ ਦਾ ਹਿੱਸਾ ਕੀ ਯੋਜਨਾ ਕੀ ਹੈ? ਸਭ ਇਹ ਦਰਅਸਲ ਕੀ ਹੈ ਕਿ ਜਿਹੜੀਆਂ ਜਿਹਨੂੰ ਫਾਰਮਾਸਿਊਟੀਕਲ ਕਹਿੰਦੇ, ਜਿਹੜੀਆਂ ਕਿ ਦਵਾਈਆਂ ਇਨਸਾਨ ਲੈਂਦੇ ਆ, ਇਹਦੇ ਵਿੱਚ ਚਾਈਨਾ ਦਾ ਤਕਰੀਬਨ 95% ਚੋਕ ਹੋਲਡ ਹੈ। ਦੈਟ ਮੀਨਸ ਜਿਹੜੀ ਦਵਾਈ ਬਣ ਕੇ ਹਿੰਦੁਸਤਾਨ 'ਚ ਆਉਂਦੀ ਹੈ ਉਹਦਾ ਓਰੀਜਨ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਚੀਨ ਨਾਲ ਤਲਕ ਹੈ। ਭਾਰਤ ਸਰਕਾਰ ਨੇ ਇਹ ਸੋਚ ਲਿਆ ਕਿ ਚੀਨ ਨੇ ਕਦੀ ਵੀ ਭਾਰਤ ਦਾ ਖੈਰਖਵਾਹ ਨਹੀਂ ਹੋਣਾ, ਔਰ ਇਹ ਚਾਈਨਾ ਦੇ ਚੋਕ ਹੋਲਡ 'ਚੋਂ ਆਪਾਂ ਕਿਵੇਂ ਨਿਕਲੀਏ, ਉਹਦੇ ਲਈ ਉਹਨਾਂ ਨੇ ਭਾਰਤ ਦੇ 3 ਹਿੱਸਿਆਂ 'ਚ ਉਹਨਾਂ ਨੇ ਜਿਹੜੇ ਬਲਕ ਫਾਰਮਾ ਪਾਰਕ ਜਿਹੜੇ ਸਥਾਪਿਤ ਕਰਨੇ। ਉਹਦੇ ਲਈ ਭਾਰਤ ਸਰਕਾਰ 1000 ਕਰੋੜ ਰੁਪਇਆ ਉਸ ਪਾਰਕ ਦੇ ਵਿੱਚ ਆਪਦਾ ਇਨਵੈਸਟ ਕਰੇਗੀ ਤੇ ਬਾਕੀ ਸਟੇਟ ਗਵਰਨਮੈਂਟ ਦਾ ਹੋਏਗਾ। ਬਠਿੰਡੇ ਦੇ ਵਿੱਚ ਪੰਜਾਬ ਸਰਕਾਰ ਨੇ ਹੁਣ ਉਹਨਾਂ ਨੂੰ ਪ੍ਰਪੋਜ਼ਲ ਭੇਜੀ ਹੈ, ਔਰ ਉਹ ਭੇਜੀ ਹੈ ਕਿ ਜੇ ਬਠਿੰਡੇ ਦੇ ਵਿੱਚ ਆ ਜਾਏ ਤਾਂ ਬਠਿੰਡੇ ਦੇ ਵਿੱਚ ਆਉਣ ਦਾ ਇੱਕ ਫਾਇਦਾ ਇਹ ਹੈ ਕਿ ਇੱਥੇ ਰਿਫਾਈਨਰੀ ਜਿਹੜੀ ਹੈ, ਕਿਉਂਕਿ ਬਹੁਤ ਸਾਰਾ ਜਿਹੜਾ ਡਰੱਗਸ ਦੇ ਵਿੱਚ ਉਹ ਜਿਹੜਾ ਬੇਸ ਹੁੰਦਾ ਹੈ ਉਹ ਆਇਲ ਵੀ ਹੁੰਦਾ ਹੈ। ਨੈਸ਼ਨਲ ਹਾਈਵੇ ਨਾਲ ਕਨੈਕਸ਼ਨ ਹੈ ਸਾਡਾ, ਰੇਲਵੇ ਨਾਲ ਕਨੈਕਸ਼ਨ ਹੈ, ਏਅਰਪੋਰਟ ਦੀ ਕਨੈਕਟੀਵਿਟੀ ਹੈ, ਰੇਲਵੇ ਦਾ ਸਾਡੇ ਕੋਲੇ ਬੜਾ ਵਧੀਆ ਸਾਧਨ ਹੈ। ਸਾਡੇ ਕੋਲੇ 1300 ਏਕੜ ਜਿਹੜੀ ਪੁਰਾਣੇ ਥਰਮਲ ਪਲਾਂਟ ਦੀ ਜਗ੍ਹਾ ਹੈ ਉਹ ਪਈ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਹੈ। ਔਰ ਪੰਜਾਬ ਜਿਹੜਾ ਹੈ ਇਹ ਦਰਮਿਆਨ ਦਾ ਰਸਤਾ ਹੈ। ਜੇ ਕਿਸੇ ਨੇ ਕਸ਼ਮੀਰ ਜਾਣਾ ਹੈ, ਜੇ ਕਿਸੇ ਨੇ ਹਿਮਾਚਲ ਜਾਣਾ ਹੈ, ਜਿੰਨਾ ਵੀ ਨਾਰਥ ਇੰਡੀਆ ਦਾ ਜਿਹੜਾ ਡਰੱਗ ਜਿਹੜਾ ਇਹ ਬਠਿੰਡਾ ਜਿਹੜਾ ਉਹਦੇ ਵਾਸਤੇ ਆਈਡੀਅਲ ਹੋਏਗਾ। ਔਰ ਇਹਦੇ ਆਉਣ ਨਾਲ 1000 ਕਰੋੜ ਦੀ ਗਵਰਨਮੈਂਟ ਆਫ ਇੰਡੀਆ ਦੀ ਇਨਵੈਸਟ ਕਾਰਖਾਨਾ ਜਿਹੜਾ ਇਹ ਇਸ ਜਗ੍ਹਾ 'ਚ ਕੁਝ ਮਤਲਬ ਆਉਣ ਦੀ ਇਮਕਾਨ ਹੈ। ਸੋ ਇਹਦੇ ਆਉਣ ਨਾਲ ਜਿਹੜੀ ਲੋਕਲ ਇਕੋਨਮੀ ਹੈ ਬਠਿੰਡੇ ਦੀ ਉਹਨੂੰ ਤਾਂ ਬੜਾ ਫਰਕ ਪਏਗਾ ਹੀ, ਪਰ ਇਸ ਦੇ ਨਾਲ
ਜਿਹੜਾ ਮੈਂ ਕਹਿੰਦਾ ਕਿ ਪੰਜਾਬ ਦਾ ਜਿਹੜਾ ਇੰਡਸਟਰੀਅਲ ਸਿਨੈਰੀਓ ਹੈ ਐਡੀ ਵੱਡੀ ਇਨਵੈਸਟਮੈਂਟ ਨਾਲ ਉਹਦੇ ਵਿੱਚ ਕਾਫੀ ਫਾਇਦਾ ਹੋਏਗਾ। ਸੋ ਮੈਂ ਬੜੀ ਆਸ ਦੀ ਨਿਗਾਹ ਨਾਲ ਇਹ ਜਿਹੜਾ ਆਪਣਾ ਇੰਡਸਟਰੀਅਲ ਪਾਰਕ ਹੈ ਇਹਦੀ ਇੰਤਜ਼ਾਰ। ਬਾਕੀ ਜਿਸ ਤਰ੍ਹਾਂ ਹਰਸਿਮਰਤ ਬਾਦਲ ਜੀ ਨੇ ਅਸਤੀਫਾ ਦੇ ਦਿੱਤਾ ਹੈ, ਪੰਜਾਬ 'ਚ 1997 ਦਾ ਗਠਜੋੜ ਰਿਹਾ ਅਕਾਲੀ ਦਲ ਤੇ ਬੀਜੇਪੀ ਦਾ, ਤੇ ਤੁਸੀਂ ਕੀ ਮੰਨਦੇ ਹੋ ਅੱਡ ਹੋਣਗੇ ਜੀ ਬੀਜੇਪੀ ਦੇ ਅਕਾਲੀ ਦਲ? ਸਭ ਇਹ ਤਾਂ ਹੁਣ ਪਰਮਾਤਮਾ ਜਾਣਦਾ, ਪਰ ਪਤਾ ਨਹੀਂ ਕਿਉਂ ਹੈ, ਕਿਉਂਕਿ ਮੇਰਾ ਦਿਲ ਹੁਣ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਹਰਸਿਮਰਤ ਕੌਰ ਤਾਂ ਹੁਣ ਅਗਲੇ ਜਨਮ 'ਚ ਹੀ ਮਿਨਿਸਟਰ ਬਣਨਗੇ, ਹੁਣ ਇਸ ਜਨਮ ਵਾਲਾ ਤਾਂ ਖਤਮ ਹੋ ਗਿਆ। ਥੈਂਕ ਯੂ ਸਰ, ਬੜੀ ਮਿਹਰਬਾਨੀ ਜੀ।